ਸਤਿ ਸ਼੍ਰੀ ਅਕਾਲ। ਸਵਾਗਤ ਹੈ ਸਾਰੇ ਹੀ ਦਰਸ਼ਕਾਂ ਦਾ। ਪੰਜਾਬ ਇਸ ਵੇਲੇ ਵੇਖ ਰਹੇ ਹੋ ਤੁਸੀਂ ਤੇ ਮੈਂ ਹਾਂ ਗਗਨਦੀਪ ਸਿੰਘ ਤੇ ਲੈ ਕੇ ਹਾਜ਼ਰ ਹਾਂ ਪੰਜਾਬ ਪੰਜਾਬੀ ਅਤੇ ਪੰਜਾਬੀ ਦੇ ਨਾਲ ਜੁੜੀਆਂ ਖਾਸ ਖਬਰਾਂ। ਜਿਨ੍ਹਾਂ ਖਬਰਾਂ ਦੇ ਵਿੱਚ ਸਭ ਤੋਂ ਪਹਿਲਾਂ ਰੁੱਖ ਕਿਸਾਨੀ ਅੰਦੋਲਨ ਦੇ ਵੱਲ ਕਰਾਂਗੇ। ਲਗਾਤਾਰ ਦਿੱਲੀ ਦੀਆਂ ਬਰੂਹਾਂ ਦੇ ਉੱਤੇ ਡਟੇ ਕਿਸਾਨਾਂ ਨੂੰ ਆਖਰਕਾਰ 54 ਦਿਨ ਬੀਤ ਚੁੱਕੇ ਨੇ। ਕਿਸਾਨ ਲਗਾਤਾਰ ਆਪਣੀਆਂ ਮੰਗਾਂ ਨੂੰ ਲੈ ਕੇ ਡਟੇ ਹੋਏ ਨੇ ਤੇ ਸਰਕਾਰ ਵਾਲੇ ਪੱਖ ਤੋਂ ਹਜੇ ਵੀ ਬਿਆਨ ਜਿਉਂ ਦੀ ਤਿਉਂ ਬਣੇ ਹੋਏ ਨੇ। ਖੇਤੀਬਾੜੀ ਮੰਤਰੀ ਸਮੇਤ ਵੱਖ-ਵੱਖ ਭਾਜਪਾ ਆਗੂਆਂ ਦੇ ਬਿਆਨ ਆਉਂਦੇ ਨੇ ਕਿ ਖੇਤੀ ਕਾਨੂੰਨ ਰੱਦ ਨਹੀਂ ਹੋਣਗੇ। ਸੋਧਾਂ ਦੇ ਉੱਤੇ ਗੱਲਬਾਤ ਕਰਨ ਦੇ ਲਈ ਕਿਸਾਨ ਸਾਡੇ ਤੱਕ ਆ ਸਕਦੇ ਨੇ। ਕੱਲ੍ਹ ਨੂੰ ਮੀਟਿੰਗ ਵੀ ਹੈ, ਉਸ ਦੇ ਉੱਤੇ ਵੀ ਟਿੱਪਣੀ ਲਵਾਂਗੇ। ਪਰ ਉਸ ਤੋਂ ਪਹਿਲਾਂ ਸੁਪਰੀਮ ਕੋਰਟ ਦੇ ਵਿੱਚ ਸੁਣਵਾਈ ਸੀ, ਜਿਸ ਸੁਣਵਾਈ ਨੂੰ ਟਾਲ ਦਿੱਤਾ ਗਿਆ ਹੈ। ਸੁਪਰੀਮ ਕੋਰਟ ਦੀ ਸੁਣਵਾਈ ਦੇ ਵਿੱਚ ਖਾਸ ਤੌਰ ਦੇ ਉੱਤੇ ਚਰਚਾ ਕਿਸਾਨੀ ਅੰਦੋਲਨ ਦੇ ਤਹਿਤ 26 ਜਨਵਰੀ ਨੂੰ ਹੋਣ ਵਾਲੀ ਕਿਸਾਨ ਪਰੇਡ ਦੇ ਉੱਤੇ ਸੀ, ਕਿਉਂਕਿ ਦਿੱਲੀ ਪੁਲਿਸ ਦੇ ਵੱਲੋਂ ਇੱਕ ਪਟੀਸ਼ਨ ਦਾਇਰ ਕੀਤੀ ਗਈ ਹੈ ਦੇਸ਼ ਦੀ ਸਰਵਉੱਚ ਅਦਾਲਤ ਦੇ ਵਿੱਚ, ਜਿਸ ਪਟੀਸ਼ਨ ਦੇ ਉੱਤੇ ਅੱਜ ਸੁਣਵਾਈ ਦਾ ਦਿਨ ਸੀ। ਪਰ ਅਦਾਲਤ ਦੇ ਵੱਲੋਂ ਇਸ ਸੁਣਵਾਈ ਨੂੰ ਟਾਲ ਦਿੱਤਾ ਗਿਆ ਹੈ ਤੇ ਆਖਿਰਕਾਰ ਗੇਂਦ ਦਿੱਲੀ ਪੁਲਿਸ ਦੇ ਪਾਲੇ ਦੇ ਵਿੱਚ ਸੁੱਟ ਦਿੱਤੀ ਗਈ ਹੈ ਕਿ ਦਿੱਲੀ ਪੁਲਿਸ ਇਸ ਦੇ ਉੱਤੇ ਫੈਸਲਾ ਲਵੇ, ਉਸ ਤੋਂ ਬਾਅਦ ਇਸ ਮਾਮਲੇ ਦੇ ਉੱਤੇ ਸੁਣਵਾਈ ਕਰਾਂਗੇ। ਸੋ ਹੁਣ ਇਹ ਗੇਂਦ ਦਿੱਲੀ ਪੁਲਿਸ ਦੇ ਪਾਲੇ ਦੇ ਵਿੱਚ ਹੈ ਤੇ ਦਿੱਲੀ ਪੁਲਿਸ ਇਸ ਦੇ ਉੱਤੇ ਫੈਸਲਾ ਲਵੇਗੀ ਕਿ ਆਖਿਰਕਾਰ ਜੇਕਰ ਕਿਸਾਨ ਪਰੇਡ ਹੁੰਦੀ ਹੈ ਤਾਂ ਉਸ ਦਾ ਦਾਇਰਾ ਕੀ ਹੋਏਗਾ, ਜਾਂ ਕਿਸਾਨ ਪਰੇਡ ਹੁੰਦੀ ਵੀ ਹੈ ਜਾਂ ਨਹੀਂ, ਇਸ ਦੀ ਇਜਾਜ਼ਤ ਵੀ ਦਿੱਲੀ ਪੁਲਿਸ ਨੇ ਦੇਣੀ ਹੈ। ਸੋ ਉਸ ਤੋਂ ਪਹਿਲਾਂ ਸੁਣਦੇ ਹਾਂ ਕਿ ਆਖਿਰਕਾਰ ਕੋਰਟ ਦੇ ਵਿੱਚ ਕੀ ਕੁਝ ਵਾਪਰਿਆ ਹੈ, ਕਿ ਕੁਝ ਚੀਫ जस्टिस ऑफ इंडिया ने किया है। सुप्रीम कोर्ट ने आज फैसला परसों के लिए रखा है। जो बात की गई आज, जो दिल्ली पुलिस ने भारत सरकार की तरफ से, दिल्ली पुलिस के द्वारा भारत सरकार ने एक एप्लीकेशन लगाई थी जिसमें ये मांग की गई थी कि 26 जनवरी को ट्रैक्टर रैली पर रोक लगाई जाए। वो पूरी तरह से तथ्यों के खिलाफ है। झूठ कहा गया, उसमें फैक्ट तथ्यों को छिपाया गया। उसमें कहीं नहीं कहा गया कि धारा 144 लगी हुई है, महीनों से लगी हुई है। धारा 144 का साफ तौर पर मतलब है सीआरपीसी का कि 5 से 6 से अधिक व्यक्ति इकट्ठे नहीं हो सकते। जब धारा 144 लगी हुई तो क्यों डर रही है दिल्ली पुलिस? डर क्यों रही? उनको डर का भी कारण बताता हूँ। आज मुझे जब मैं यहाँ आ रहा था तो दिल्ली पुलिस का अधिकारी जो बैरिगेड के इधर था वो मिला और मैं उसकी बात को सुन के बड़ा दुखी हुआ। क्या दुख हुआ मुझे? उसने कहा देखिए बैरिगेड के अंदर दिल्ली की तरफ तो जवान तैनात है, मैं तैनात हूँ 30 कारवाई लेके, और बैरिगेड के सामने उसका बाप खड़ा हुआ है, पिता खड़ा हुआ है। वो ठंड से ठिठुर भी रहा है और भूखा भी है, प्यासा भी है। जवान इधर वर्दी पहने खड़ा हुआ है। तो ये दूरी, ये भेद है, इसको सरकार को जल्दी निपटाना चाहिए। सरकार को इस पर जल्दी कार्रवाई करनी चाहिए। उस कमेटी के बारे में हमने एप्लीकेशन में अपना रिप्लाई लगाया हुआ है कि वो पूरी कमेटी गलत थी। मान साहब ने अपने को, उनके अंदर की आत्मा जागी, किसान जागा, उन्होंने वापस ले लिया। 3 लोगों का भी आत्मा जागे और वो राजनीतिक रूप से हैं, वो राजनीति से प्रेरित हैं। उनमें से एक कमेटी के मेंबर ने माननीय नरेंद्र सिंह तोमर कृषि मंत्री से मुलाकात की और किसान आंदोलनों का जो कानून है उनका समर्थन किया। एक सदस्य ने आर्टिकल लिखे किसान कानूनों के पक्ष में, एक ने लेटर लिखा भारत सरकार और नरेंद्र सिंह तोमर जी को, माननीय कृषि मंत्री जी को, जिसमें कहा गया कि कानून सही है। जो बाइस्ड हैं, जो न्यूट्रल नहीं हैं, जो निष्पक्ष नहीं हैं, जो राजनीति से प्रेरित न हैं, तो उनको नेचुरल ऑफ जस्टिस क्या कहता है कि जब ऐसी समस्या हो तो उसको कमेटी में और उसमें उस पर नहीं छोड़ा जा सकता है। ਤੇ ਹੁਣ ਸਿੱਧਾ ਰੁਖ ਕਰਦੇ ਹਾਂ ਸੀਨੀਅਰ ਪੱਤਰਕਾਰ ਸ਼ਰਦ ਵਰਮਾ ਹੋਣਾ ਦੇ ਵੱਲ ਤੇ ਉਹਨਾਂ ਤੋਂ ਜਾਣਦੇ ਹਾਂ ਕਿ ਆਖਿਰਕਾਰ ਕਿਸਾਨ ਯੂਨੀਅਨਾਂ ਦੇ ਵੱਲੋਂ ਜੋ ਫੈਸਲਾ 26 ਜਨਵਰੀ ਨੂੰ ਲੈ ਕੇ ਲਿਆ ਗਿਆ, ਉਸ ਦੇ ਉੱਤੇ ਕੇਂਦਰ ਸਰਕਾਰ ਦੇ ਵੱਲੋਂ ਕਹਿ ਦਈਏ ਜਾਂ ਫਿਰ ਦਿੱਲੀ ਪੁਲਿਸ ਦੇ ਵੱਲੋਂ, ਜੋ ਕੇਂਦਰ ਸਰਕਾਰ ਦੇ ਜ਼ਰੀਏ ਦਿੱਲੀ ਪੁਲਿਸ ਦੇ ਜ਼ਰੀਏ ਪਟੀਸ਼ਨ ਦਾਇਰ ਹੋਈ ਸੀ, ਉਸ ਪਟੀਸ਼ਨ ਦੇ ਉੱਤੇ ਸੁਣਵਾਈ ਟਲੀ ਹੈ। ਉਸ ਨੂੰ ਕਿਸ ਤਰ੍ਹਾਂ ਵੇਖ ਰਹੇ ਨੇ, ਕਿਉਂਕਿ ਆਉਣ ਵਾਲੇ ਦਿਨਾਂ ਦੇ ਵਿੱਚ ਕਿਸਾਨ ਐਲਾਨ ਕਰ ਚੁੱਕੇ ਨੇ, ਹੁਣ ਗੇਂਦ ਜਿਹੜੀ ਦਿੱਲੀ ਪੁਲਿਸ ਦੇ ਪਾਲੇ ਦੇ ਵਿੱਚ ਆ। ਸ਼ਰਦ ਜੀ, ਕਿਸ ਤਰ੍ਹਾਂ ਵੇਖ ਰਹੇ ਹੋ ਇਸ ਸਾਰੇ ਮਸਲੇ ਨੂੰ? ਜੀ ਗਗਨ, ਜਿਹੜੀ ਅੱਜ ਸੁਪਰੀਮ ਕੋਰਟ ਦੀ ਸੁਣਵਾਈ ਹੋਈ ਹੈਗੀ ਇਸ ਰਿਟ ਨੂੰ ਲੈ ਕੇ, ਉਹਨਾਂ ਨੇ ਦਿੱਲੀ ਪੁਲਿਸ ਨੂੰ ਕਿਹਾ ਹੈ ਜੀ ਕਿ ਵੀ ਤੁਸੀਂ ਪਹਿਲਾਂ ਆਪਣਾ ਇਸ 'ਤੇ ਦੱਸੋ ਕਿ ਵੀ ਤੁਹਾਡਾ ਕੀ ਰੁਖ ਹੈਗਾ, ਉਸ ਤੋਂ ਬਾਅਦ ਅਸੀਂ ਇਸ 'ਤੇ ਆਪਦਾ ਕੋਈ ਡਿਸੀਜਨ ਦੇਵਾਂਗੇ। ਦੇਖੋ, ਉਹਨਾਂ ਨੇ ਕਿਹਾ ਕਿ ਵੀ ਦਿੱਲੀ ਪੁਲਿਸ ਨੇ ਡਿਸਾਈਡ ਕਰਨਾ ਕਿ ਉਸ ਦਿਨ ਕਿਹੜੇ ਦਿੱਲੀ ਵਿੱਚ ਐਂਟਰ ਕਰ ਸਕਦਾ ਜਾਂ ਨਹੀਂ। ਮੈਨੂੰ ਲੱਗਦਾ ਹੈ ਗਗਨ ਕਿ ਵੀ ਜਿਹੜਾ ਇਹ ਇਹਨਾਂ ਦਾ ਜੋ ਸਰਕਾਰ ਦਾ ਖਦਸ਼ਾ ਹੈ ਜਾਂ ਦਿੱਲੀ ਪੁਲਿਸ ਦਾ ਹੈਗਾ ਕਿ ਉਹਨਾਂ ਨੂੰ ਲੱਗ ਰਿਹਾ ਕਿ ਉਸ ਦਿਨ ਕੁਝ ਅਨਸੁਖਾਵੀ ਘਟਨਾ ਨਾ ਹੋਵੇ, ਤਾਂ ਇਹ ਕਿਸਾਨ ਜਿਹੜੀ ਧਿਰ ਹੈ ਜੀ, ਉਹਨਾਂ ਨੇ ਪਹਿਲਾਂ ਹੀ ਸਪਸ਼ਟ ਕਰ ਦਿੱਤਾ ਕਿ ਜਿਹੜੀ ਇਹਨਾਂ ਦਾ ਜਿਹੜਾ ਹੈਗਾ ਟਰੈਕਟਰ ਰੈਲੀ ਹੈਗੀ ਉਹ ਦਿੱਲੀ ਦੀ ਰਿੰਗ ਰੋਡ 'ਤੇ ਹੋਏਗੀ। ਆਊਟਰ ਰਿੰਗ ਰੋਡ ਹੈ ਜੀ, ਇਹ ਉੱਥੇ ਨਹੀਂ ਜਾਣਗੇ। ਔਰ ਇਹਨਾਂ ਨੇ ਕੱਲ੍ਹ ਜਿਹੜਾ ਪ੍ਰੈਸ ਕਾਨਫਰੰਸ ਦੇ ਵਿੱਚ ਇਹ ਐਲਾਨ ਕੀਤਾ ਸੀਗਾ ਕਿ ਵੀ ਹੁਣ ਤੱਕ ਜਿਵੇਂ ਕੱਲ੍ਹ ਤੱਕ ਜੋ ਸੀ ਵੀ 121 ਦੇ ਕਰੀਬ ਕਿਸਾਨ ਆਪਣੀਆਂ ਜਾਨਾਂ ਕੁਰਬਾਨ ਕਰ ਚੁੱਕੇ ਨੇ ਇਸ ਅੰਦੋਲਨ ਦੌਰਾਨ, ਕਿ ਉਹਨਾਂ ਨੂੰ ਅਸੀਂ ਸ਼ਰਧਾਂਜਲੀ ਦੇਵਾਂਗੇ। ਉਹਨਾਂ ਦੀ ਯਾਦ ਦੇ ਵਿੱਚ ਅਸੀਂ ਉੱਥੇ
ਪੌਦੇ ਲਗਾਵਾਂਗੇ ਤੇ ਉਹਨਾਂ ਦੀ ਯਾਦ ਦੇ ਵਿੱਚ ਇੱਕ ਅਖੰਡ ਜੋਤੀ ਜਲਾਈ ਜਾਏਗੀ। ਬਹੁਤ ਬਹੁਤ ਧੰਨਵਾਦ ਸ਼ਰਦ ਜੀ ਇਸ ਖਬਰ ਦੇ ਉੱਤੇ ਵਿਸਥਾਰ ਦੇ ਨਾਲ ਚਰਚਾ ਕਰਨ ਦੇ ਲਈ। ਤੇ ਹੁਣ ਕਿਸਾਨਾਂ ਦਾ ਮਹਿਲਾ ਦਿਵਸ ਵਿਖਾਵਾਂਗੇ। ਪੰਜਾਬ ਦੇ ਸਮੇਤ ਪੂਰੇ ਮੁਲਕ ਦੇ ਵਿੱਚ ਔਰਤਾਂ ਨੇ ਮਹਿਲਾ ਦਿਵਸ ਮਨਾਇਆ ਹੈ। ਕਿਸਾਨ ਮਹਿਲਾ ਦਿਵਸ ਦੇ ਰੂਪ ਦੇ ਵਿੱਚ ਅੱਜ ਦਾ ਦਿਹਾੜਾ ਵੱਖ-ਵੱਖ ਬਾਰਡਰਾਂ ਦੇ ਉੱਤੇ ਵੱਖ-ਵੱਖ ਜ਼ਿਲ੍ਹਿਆਂ ਦੇ ਵਿੱਚ ਕਿਸਾਨ ਜਥੇਬੰਦੀਆਂ ਦੇ ਆਗੂਆਂ ਦੇ ਸਮੇਤ ਮਹਿਲਾਵਾਂ ਨੇ ਮਨਾਇਆ। ਤਸਵੀਰਾਂ ਪਹਿਲਾਂ ਅੰਮ੍ਰਿਤਸਰ ਦੀਆਂ ਵਿਖਾਵਾਂਗੇ, ਜਿੱਥੇ ਅੰਮ੍ਰਿਤਸਰ ਦੇ ਵਿੱਚ ਔਰਤਾਂ ਦੇ ਵੱਲੋਂ ਵੱਡੀ ਗਿਣਤੀ ਦੇ ਵਿੱਚ ਇਕੱਠੇ ਹੋ ਕੇ ਕਿਸਾਨ ਮਹਿਲਾ ਦਿਵਸ ਮਨਾਇਆ ਗਿਆ ਤੇ ਕੇਂਦਰ ਸਰਕਾਰ ਦੇ ਖਿਲਾਫ ਨਾਅਰੇਬਾਜ਼ੀ ਵੀ ਕੀਤੀ ਗਈ। ਪੁੱਤ ਸੁਣੂਗਾ, ਅੱਜ ਸਾਡਾ ਔਰਤਾਂ ਦਾ ਦਿਹਾੜ ਆ, ਮੋਦੀ ਸਰਕਾਰ ਸੁਣੂਗੀ, ਉਹਦੇ ਕੰਨਾਂ ਸਿੱਧਾ ਆਵਾਜ਼ ਪਹੁੰਚੂਗੀ। ਅੱਜ ਬੀਬੀਆਂ ਬੱਚੇ ਠੰਡ ਦੇ ਵਿੱਚ ਮਰਦ ਅਸੀਂ ਜਿਹੜੇ ਅੱਜ ਇੱਥੇ ਪੁੱਜੇ ਆ, ਅਸੀਂ ਤੇ ਉਹਨਾਂ ਨੂੰ ਇਹ ਅਪੀਲ ਕਰਾਂਗੇ ਕਿ ਠੰਡ ਹਰ ਸਾਲ ਆਉਂਦੀ ਹੈ ਤੇ ਰਹਿਣੀ ਹੈ। ਕਿਰਪਾ ਕਰਕੇ ਇਹ ਲੜਾਈ ਜੇ ਅਸੀਂ ਹਾਰ ਗਏ ਤੇ ਮੁੜ ਕੇ ਸਾਡੀਆਂ ਥਾਲੀਆਂ 'ਚੋਂ ਰੋਟੀ ਚਲੀ ਜਾਣੀ ਹੈ। ਸੋ ਕਿਰਪਾ ਕਰਕੇ ਜਿਹੜੀਆਂ ਘਰਾਂ 'ਚ ਬੈਠੀਆਂ ਉਹ ਵੀ ਬਾਹਰ ਆਉਣ ਔਰ ਅਸੀਂ ਤੇ ਅਪੀਲ ਕਰਦੇ ਹਾਂ ਕਿ ਨਿਕਲੋ ਬਾਹਰ ਮਕਾਨੋਂ ਸੇ, ਜੰਗ ਲੜੋ ਬੇਈਮਾਨੋਂ ਸੇ। ਤੇ ਹੁਣ ਰੁਕ ਕਰਦੇ ਹਾਂ ਸੁਰਜੀਤ ਕੁਮਾਰ ਜਿਆਣੀ, ਜੋ ਕਿ ਭਾਜਪਾ ਦੇ ਵੱਡੇ ਆਗੂ ਨੇ ਤੇ ਕਿਸਾਨੀ ਅੰਦੋਲਨ ਨੂੰ ਲੈ ਕੇ ਲਗਾਤਾਰ ਉਹ ਸੁਰਖੀਆਂ ਦੇ ਵਿੱਚ ਨੇ। ਉਹਨਾਂ ਦੇ ਜੱਦੀ ਪਿੰਡ ਦੇ ਵਿੱਚ ਵੀ ਕਿਸਾਨ ਮਹਿਲਾਵਾਂ ਦੇ ਵੱਲੋਂ ਪ੍ਰਦਰਸ਼ਨ ਕੀਤਾ ਗਿਆ ਹੈ ਅਤੇ ਭਾਜਪਾ ਦੇ ਖਿਲਾਫ ਵੀ ਨਾਅਰੇਬਾਜ਼ੀ ਹੋਈ ਹੈ ਤੇ ਇਸ ਮੌਕੇ ਦੇ ਉੱਤੇ ਕਿਸਾਨ ਮਹਿਲਾ ਦਿਵਸ भी मनाया गया है। किहो जिहियां तस्वीरां ने इस मौके दी विखाउने गांव बोदीवाड़ा पिट्ठा आज उग्राह किसान यूनियन के तहत पटेड़ा गांव के स्कूल में जो धरना दिया गया, ये ऐतिहासिक धरना है और ये ज़रूर रंग लाएगा। जिस तरह सरदार साहब ने कहा कि ये केसरी चुड़ियाँ ओढ़ के जो औरतों का धरना था, इतना बड़ा धरना आज तक हमारे आसपास के किसी गांव में नहीं लगा और किसानों के लिए बहुत ज़्यादा लाभकारी होगा। मोदी को ये देखकर चेतना चाहिए और अपने पर विचार करके इस कानून को रद्द करना चाहिए। पिंड आलमगढ़ तो इकाई मैंबर अज असी इस अंदोलन की सानू की लोड़ पई, ਜਿਹੜੇ ਮੋਦੀ ਨੇ ਕਿਸਾਨਾਂ ਦੇ ਖਿਲਾਫ ਖੇਤੀ ਦੇ 3 ਆਰਡੀਨੈਂਸ ਕਾਲੇ ਕਾਨੂੰਨ ਬਣਾਏ ਸਨ, ਉਹਨਾਂ ਨੂੰ ਰੱਦ ਕਰਵਾਉਣ ਦੇ ਲਈ ਹਰ ਥਾਂ ਦੇ ਉੱਤੇ ਅਸੀਂ ਧਰਨੇ ਮੁਜ਼ਾਹਰੇ ਕਰਦੇ ਆ ਰਹੇ ਹਾਂ। ਅੱਜ ਤੋਂ 4 ਮਹੀਨੇ ਪਹਿਲਾਂ ਤੋਂ ਦਿੱਲੀ ਵੀ ਸਾਡਾ ਸੰਘਰਸ਼ ਚੱਲ ਰਿਹਾ ਹੈ। ਅੱਜ ਅਸੀਂ ਇਹ ਸੁਰਜੀਤ ਕੁਮਾਰ ਜਿਆਣੀ ਦੇ ਪਿੰਡ ਇਹਨੇ ਜਿਹੜੀ ਕਿਸਾਨਾਂ ਦੇ ਖਿਲਾਫ ਐਡੀ ਮਦਭਾਗੀਆਂ ਬੋਲੀਆਂ ਔਰ ਬੀਜੇਪੀ ਨੂੰ ਉੱਥੇ ਸੈਂਟਰ ਦੇ ਵਿੱਚ ਜਾ ਕੇ ਕਿਸਾਨਾਂ ਦੇ ਖਿਲਾਫ ਗੱਲਾਂ ਦੱਸੀਆਂ, ਉਸ ਦੇ ਵਿਰੁੱਧ ਦੇ ਵਿੱਚ ਅੱਜ ਅਸੀਂ ਇਸੇ ਕਟਹਿੜਾ ਪਿੰਡ ਦੇ ਅੰਦਰ ਜਿਆਣੀ ਦਾ ਪੂਰਾ ਪਿੱਟ ਸਿਆਪਾ ਕਰ ਰਹੇ ਹਾਂ। ਉਧਰ ਧਨੌਲਾ ਦੇ ਅੰਦਰ ਆਪਣਾ ਗਰੇਵਾਲ ਸਾਹਿਬ ਦਾ ਵੀ ਪਿੱਟ ਸਿਆਪਾ ਹੋ ਰਿਹਾ ਵਾ। ਇਹਨਾਂ ਨੂੰ ਚਾਹੀਦਾ ਹੈ ਕਿ ਪ੍ਰਧਾਨ ਮੰਤਰੀ ਨੂੰ ਜਾ ਕੇ ਦੱਸਣ ਕਿ ਕਿਸਾਨ ਇੱਥੇ ਕਿੰਨੇ ਕੁ ਦੁਖੀ ਹਨ, ਜਿਨ੍ਹਾਂ ਦੇ ਇਹ ਬਣਾਏ ਹੋਏ ਕਾਲੇ ਕਾਨੂੰਨ ਰੱਦ ਕੀਤੇ ਜਾਣ ਔਰ ਕਿਸਾਨਾਂ ਨੂੰ ਉੱਥੇ ਦਿੱਲੀ ਬੈਠਿਆਂ ਹੋਇਆਂ ਨੂੰ ਵੀ ਆਪਦੇ ਠੰਡ ਦੇ ਵਿੱਚ ਇੰਨੀ ਜ਼ਬਰਦਸਤ ਠੰਡ ਪੈ ਰਹੀ ਆ ਤੇ ਘਰਾਂ ਨੂੰ ਭੇਜਿਆ ਜਾਵੇ। ਇਹ ਵਾਰ-ਵਾਰ ਮੀਟਿੰਗਾਂ ਕਰਕੇ ਵੀ ਕਿਸਾਨਾਂ ਨੂੰ ਕੁਛ ਨਹੀਂ ਪੱਲੇ ਪਾਉਂਦੇ ਔਰ ਮੈਂ ਇਹ ਗੱਲ ਮੋਦੀ ਨੂੰ ਇਹਨਾਂ ਗਿਆਨੀ ਦੇ ਰਸਤੇ ਦੱਸਣੀ ਚਾਹੁੰਦਾ ਕਿ ਜਾ ਕੇ ਦੱਸੋ ਕਿ ਕਿਸਾਨ ਬਹੁਤ ਦੁਖੀ ਆ, ਇਹਨਾਂ ਦੇ ਹੱਕੀ ਮੰਗਾਂ ਹਨ, ਇਹਨਾਂ ਮੰਗਾਂ ਨੂੰ ਪ੍ਰਵਾਨ ਕੀਤਾ ਜਾਵੇ ਔਰ ਕਿਸਾਨਾਂ ਨੂੰ ਛੇਤੀ ਤੋਂ ਛੇਤੀ ਇਸ ਮਸਲੇ ਦੇ ਲਈ ਆਪਣਾ ਸੱਦ ਕੇ, ਜਿਸ ਤਰ੍ਹਾਂ ਕੱਲ੍ਹ ਨੂੰ 19 ਤਰੀਕ ਨੂੰ ਮੀਟਿੰਗ ਸੱਦੀ ਆ, ਫਿਰ ਮੀਟਿੰਗ ਦੇ ਵਿੱਚ ਇਹ ਕਾਲੇ ਕਾਨੂੰਨ ਰੱਦ ਕਰਕੇ ਤੇ ਕਿਸਾਨਾਂ ਨੂੰ ਘਰੇ ਭੇਜਿਆ ਜਾਵੇ। ਜਿੰਨਾ ਚਿਰ ਤੱਕ ਇਹ ਕਾਲੇ ਕਾਨੂੰਨ ਰੱਦ ਨਹੀਂ ਹੋਣਗੇ ਅਸੀਂ ਉਹਨਾਂ ਚਿਰ ਕਦੀ ਵੀ ਵਾਪਸ ਨਹੀਂ ਆਵਾਂਗੇ। ਧੰਨਵਾਦ। ਉਧਰ ਪੰਜਾਬ ਤੋਂ ਵਿਧਾਇਕ ਅਤੇ ਪੰਜਾਬੀ ਏਕਤਾ ਪਾਰਟੀ ਦੇ ਪ੍ਰਧਾਨ ਸੁਖਪਾਲ ਸਿੰਘ ਖਹਿਰਾ ਦੇ ਵੱਲੋਂ ਪ੍ਰੈਸ ਕਾਨਫਰੰਸ ਚੰਡੀਗੜ੍ਹ ਦੇ ਵਿੱਚ ਕੀਤੀ ਗਈ, ਜਿਸ ਪ੍ਰੈਸ ਕਾਨਫਰੰਸ ਦੇ ਵਿੱਚ ਉਹਨਾਂ ਸਿੱਧੇ ਤੌਰ ਦੇ ਉੱਤੇ UAPA ਦੇ ਉੱਤੇ ਟਿੱਪਣੀ ਕੀਤੀ। ਉਹਨਾਂ ਦਾ ਕਹਿਣਾ ਹੈ ਕਿ ਲਗਾਤਾਰ ਯੂਆਪਾ ਦੀ ਵਰਤੋਂ ਆਮ ਲੋਕਾਂ ਨੂੰ ਦੁਖੀ ਕਰਨ ਦੇ ਲਈ ਹੋ ਰਹੀ ਹੈ। ਇਸ ਦੇ ਉੱਤੇ ਟਿੱਪਣੀ ਖੁੱਲ੍ਹ ਕੇ ਸੁਖਪਾਲ ਸਿੰਘ ਖਹਿਰਾ ਨੇ ਦਿੱਤੀ ਹੈ ਤੇ ਇੱਕ ਵੱਡਾ ਮੋਰਚਾ ਖੋਲ੍ਹਣ ਦੀ ਵੀ ਐਲਾਨ ਜਿਹੜਾ ਸੁਖਪਾਲ ਸਿੰਘ ਖਹਿਰਾ ਇਸ ਪ੍ਰੈਸ ਕਾਨਫਰੰਸ ਦੇ ਵਿੱਚ ਕਰਕੇ ਗਏ ਨੇ। ਕੀਤੀ ਤੁਸੀਂ ਹੁਣ ਯੂਆਪਾ ਦੇ ਖਿਲਾਫ ਕਿਹੜੇ ਮੂੰਹ ਦੇ ਨਾਲ ਬੋਲਦੇ ਨੇ। ਇਸ ਲਈ ਅਫਸੋਸ ਮੈਨੂੰ ਇਸ ਗੱਲ ਦਾ ਵੀ ਆ ਜਿਹੜੀ ਆਮ ਆਦਮੀ ਪਾਰਟੀ ਆ, ਅਸੀਂ ਕਹਿੰਦੇ ਬੜੇ ਇਨਕਲਾਬੀ ਆ ਜੀ, ਅੱਜ ਤੱਕ ਇੱਕ ਲਫ਼ਜ਼ ਨਹੀਂ ਬੋਲਿਆ। ਕੱਲ ਮੈਂ ਇਹਨਾਂ ਨੂੰ ਸ਼ਰਮਿੰਦੇ ਕੀਤਾ, ਅੱਜ ਭਾਵੇਂ ਬੋਲਣਗੇ। ਇਹਨਾਂ ਨੂੰ ਸ਼ਰਮ ਨਹੀਂ ਆਉਂਦੀ, ਕਹਿੰਦੇ ਇਨਕਲਾਬੀ ਆ ਤੇ ਯੂਆਪਾ 'ਚ ਗਰੀਬ ਦਲਿਤ ਬੱਚਿਆਂ ਦਾ ਔਰ ਹੁਣ 40 ਆਦਮੀਆਂ ਨੂੰ ਕਾਰਨਰ ਕੀਤਾ ਗਿਆ। ਇਹਨਾਂ 'ਚ ਜ਼ਰੂਰਤ ਨਹੀਂ, ਡਰਦੇ ਨੇ ਕਿ ਕਿਤੇ ਸਾਡੇ ਤੇ ਯੂਆਪਾ ਨਾ ਲੱਗ ਜਾਏ, ਡਰਦੇ ਨੇ ਕਿਤੇ ਸਾਡੇ ਨਾਲ ਹਿੰਦੂ ਵੋਟ ਸ਼ਹਿਰ ਦੀ ਨਾਰਾਜ਼ ਨਾ ਹੋ ਜਾਏ। ਔਰ ਮੈਂ ਹਿੰਦੂ ਭਰਾਵਾਂ ਨੂੰ ਕਹਿਣਾ ਚਾਹੁੰਦਾ, ਡਾਕਟਰ ਗਾਂਧੀ ਦੀ ਗੱਲ ਸੁਣਿਓ ਚੰਗੀ ਤਰ੍ਹਾਂ ਨਾਲ।
ਧਰਮਵੀਰ ਗਾਂਧੀ, ਉਹ ਸਾਰੇ ਯੂਆਪਾ ਦੇ ਕੇਸ ਮੇਰੇ ਨਾਲ ਅਸੀਂ ਇਕੱਠੇ ਪਿੰਡਾਂ ਦੇ ਵਿੱਚ ਗਏ ਆ। ਇਹ ਹਿੰਦੂ ਵੀਰੋ, ਮੈਂ ਤੁਹਾਨੂੰ ਕਹਿਣਾ ਚਾਹੁੰਦਾ, ਇਹ ਸਰਕਾਰਾਂ, ਅਕਾਲੀ ਦਲ ਤੇ ਹੁਣ ਵਾਲੀ ਸਰਕਾਰ, ਇਹ ਦਹਿਸ਼ਤ ਪੈਦਾ ਕਰ ਰਹੇ ਨੇ ਜਾਣ ਕੇ। ਆਰਐਸਐਸ ਦੇ, ਭਾਜਪਾ ਦੇ ਵੱਡੇ ਵੱਡੇ ਬੰਦੇ ਹਿੰਦੂ ਰਾਸ਼ਟਰ ਦੀ ਗੱਲ ਕਰਦੀ, ਉਹਨਾਂ ਤੇ ਤਾਂ ਕੋਈ ਐਂਟੀ ਨੈਸ਼ਨਲ ਦਾ ਕੋਈ ਇਲਜ਼ਾਮ ਨਹੀਂ ਲਾਉਂਦਾ, ਉਹਨਾਂ ਦੇ ਖਿਲਾਫ ਤਾਂ ਕੋਈ ਅਖਬਾਰ ਨਹੀਂ ਲਿਖਦੀ, ਕੋਈ ਟੈਲੀਵਿਜ਼ਨ ਨਹੀਂ ਬੋਲਦਾ। ਦੇਅਰਫੋਰ ਮੈਂ ਆਉਣ ਵਾਲੇ ਦਿਨਾਂ 'ਚ ਅਸੀਂ ਇੱਕ ਸ਼ਾਰਟਲੀ ਮੀਟਿੰਗ ਕਰਾਂਗੇ। ਜੇ NIA ਤੇ ਯੂਆਪਾ ਦੇ ਨੋਟਿਸਿਸ ਜਾਣੋਂ ਬੰਦ ਨਾ ਕੀਤੇ ਸਰਕਾਰ ਨੇ, ਤੇ ਅਸੀਂ ਇੱਕ ਮੀਟਿੰਗ ਕਰਕੇ ਸਾਂਝੀ ਕਾਲ ਦੇ ਕੇ ਇਹਨਾਂ ਦੇ ਦਫ਼ਤਰ ਦੇ ਮੂਹਰੇ ਚੰਡੀਗੜ੍ਹ ਵਾਲੇ ਦੇ ਪ੍ਰੋਟੈਸਟ ਕਰਾਂਗੇ, ਪਬਲਿਕ ਪ੍ਰੋਟੈਸਟ ਕਰਾਂਗੇ, ਤਾਂ ਕਿ ਇਹਨਾਂ ਨੂੰ ਪਤਾ ਲੱਗੇ ਕਿ ਲੋਕੀ ਕੀ ਕਹਿੰਦੇ ਨੇ। ਉੱਧਰ ਬੈਠੇ ਨੇ ਲੋਕੀ, ਆਪਣੇ ਹੱਕਾਂ ਦੀ ਲੜਾਈ ਲੜ ਰਹੇ ਨੇ ਅੱਤ ਦੀ ਸਰਦੀ ਦੇ ਵਿੱਚ, ਤੇ ਲਗਭਗ 80 ਕਿਸਾਨ ਆਪਣੀ ਜਾਨ ਗਵਾ ਚੁੱਕੇ ਨੇ, ਤੇ ਬੀਜੇਪੀ ਨੂੰ ਹਲੇ NIA ਤੇ ਯੂਆਪਾ ਤੇ ਦਹਿਸ਼ਤ ਤੇ ਬਾਹਾਂ ਮਰੋੜਨ ਦੀ ਰਾਜਨੀਤੀ ਤੇ ਉਤਰੇ ਹੋਏ ਨੇ। ਦਿਸ ਇਜ਼ ਸ਼ੇਅਰ ਪੋਲੀਟੀਕਲ ਟੈਰਰਿਜ਼ਮ। ਦੇ ਆਰ ਟਰਾਈਂਗ ਟੂ ਵੀਕਨ ਦ ਇੰਟਾਇਰ ਫਾਰਮਰਸ ਪ੍ਰੋਟੈਸਟ। ਉਧਰ ਬੀਤੇ ਦਿਨ ਤੋਂ ਚਰਚਾਵਾਂ ਕਿਸਾਨ ਆਗੂ ਗੁਰਨਾਮ ਸਿੰਘ ਚੂਰਨੀ ਨੂੰ ਲੈ ਕੇ ਸੀ ਕਿ ਉਹਨਾਂ ਦੇ ਵੱਲੋਂ ਜਨ ਸੰਸਦ ਦੇ ਲਈ ਹੋਈ ਮੀਟਿੰਗ ਦੇ ਵਿੱਚ ਰਾਜਨੀਤਿਕ ਆਗੂਆਂ ਦੇ ਨਾਲ ਬੈਠਕ ਕੀਤੀ ਗਈ ਹੈ, ਜਿਸ ਦੇ ਵਿੱਚ ਸੁਖਪਾਲ ਸਿੰਘ ਖਹਿਰਾ ਸਮੇਤ ਵੱਖ-ਵੱਖ ਸਿਆਸੀ ਆਗੂ ਮੌਜੂਦ ਰਹੇ ਸੀ, ਜਿਸ ਦੇ ਉੱਤੇ ਕਿਸਾਨ ਜਥੇਬੰਦੀਆਂ ਨੇ ਐਕਸ਼ਨ ਵੀ ਗੁਰਨਾਮ ਸਿੰਘ ਚੂਰਨੀ ਦੇ ਉੱਤੇ ਲਿਆ, ਜਿਸ ਨੂੰ ਲੈ ਕੇ ਸੁਖਪਾਲ ਸਿੰਘ ਖਹਿਰਾ ਨੇ ਟਿੱਪਣੀ ਕੀਤੀ ਹੈ। ਸੁਖਪਾਲ ਖਹਿਰਾ ਦਾ ਕਹਿਣਾ ਹੈ ਕਿ ਜੇਕਰ ਕਿਸਾਨ ਜਥੇਬੰਦੀਆਂ ਨੂੰ ਕਿਸੇ ਕਿਸਮ ਦੀ ਦਿੱਕਤ ਜਨ ਸੰਸਦ ਤੋਂ ਆਏ ਤਾਂ ਅਸੀਂ ਇਸ ਜਨ ਸੰਸਦ ਨੂੰ ਰੱਦ ਕਰ ਸਕਦੇ ਹਾਂ, ਕਿਉਂਕਿ ਅਸੀਂ ਕਿਸਾਨਾਂ ਤੋਂ ਬਾਹਰੀ ਹੋ ਕੇ ਨਹੀਂ ਚੱਲ ਰਹੇ, ਅਸੀਂ ਕਿਸਾਨਾਂ ਦੇ ਨਾਲ ਆ। ਕੋਈ ਗੱਲ ਨਹੀਂ, ਗੁਰਨਾਮ ਸਿੰਘ ਚੜੂਨੀ ਇੱਕ ਜੁਝਾਰੂ ਬੰਦਾ ਵਾ। ਜੇ ਅੱਜ ਕਿਸਾਨ ਬੈਠੇ ਨਾ ਬਾਰਡਰ ਦੇ ਉੱਤੇ, ਉਹ ਗੁਰਨਾਮ ਸਿੰਘ ਚੜੂਨੀ ਦੀ ਬਦੌਲਤ ਹੈ। ਉਹਦਾ ਇੱਕ ਨਜ਼ਰੀਆ ਸਿਰਫ ਇਹ ਸੀਗਾ, ਉਹਦੇ ਨਾਲ ਕੁਝ ਹਿਊਮਨ ਰਾਈਟ ਐਕਟਿਵਿਸਟ ਮਿਲ ਕੇ ਉਹਨਾਂ ਨੇ ਕਿਹਾ ਕਿ ਇੱਕ ਅੰਦੋਲਨ ਨਾਨ ਪੋਲੀਟੀਕਲ ਕਿਸਾਨ ਜਥੇਬੰਦੀਆਂ ਚਲਾ ਰਹੀਆਂ ਨੇ, ਚੱਲੇਗਾ, ਪਰ ਜਿਹੜੀ ਪੋਲੀਟੀਕਲ ਜਮਾਤ ਆ ਇਹ ਚੁੱਪ ਕਿਉਂ ਬੈਠੀ ਆ? ਰਾਜਨੀਤਿਕ ਪਾਰਟੀਆਂ ਦਾ ਬੇਸਿਕ ਏਜੰਡਾ ਕੀ ਆ? ਕੋਈ ਵਪਾਰ ਕਰਨਾ, ਰਫੇਲ ਦੀ ਡੀਲ ਕਰਨਾ, ਇਹ ਚੰਦ ਪਾਰਟੀਆਂ ਕਰਦੀਆਂ ਨੇ। ਇਹ ਕੋਈ ਧੰਦਾ ਕਰਨਾ ਤਾਂ ਨਹੀਂਗਾ ਨਾ। ਉਹਨਾਂ ਦਾ ਬੇਸਿਕ ਏਜੰਡਾ ਹੈਗਾ ਲੋਕਾਂ ਦੇ ਹਕੂਕ ਦੀ ਗੱਲ ਕਰਨਾ, ਬੇਇਨਸਾਫੀ ਦੇ ਖਿਲਾਫ ਲੜਨਾ। ਇਸ ਕਰਕੇ ਉਹਨਾਂ ਦਾ ਇੱਕ ਉਪਰਾਲਾ ਸੀਗਾ। ਮੇਰਾ ਖਿਆਲ ਹੈ ਕਿ ਕਿਸਾਨ ਜਥੇਬੰਦੀਆਂ ਨੂੰ ਮੁੜ ਵਿਚਾਰ ਕਰਨਾ ਚਾਹੀਦਾ। ਹੀ ਹੈਜ਼ ਡਨ ਨਥਿੰਗ ਰੋਂਗ, ਔਰ ਉਹਨੇ ਕਦੀ ਨਹੀਂ ਕਿਹਾ ਕਿ ਅਸੀਂ ਇਹ ਰਾਜਨੀਤਿਕ ਪਾਰਟੀਆਂ ਉਹਨਾਂ ਦੇ ਸਟੇਜ ਤੇ ਬੁਲਾਵਾਂਗੇ, ਨੈਵਰ। ਉਸ ਨੂੰ ਉਹਨੇ ਪਿਓਰਲੀ ਨਾਨ ਪੋਲੀਟੀਕਲ ਕਿਹਾ ਵਾ, ਤੇ ਇਸ ਨੂੰ ਉਹਨੇ ਕਿਹਾ ਵਾ ਕਿ ਅਗਰ ਕਿਸਾਨਾਂ ਦੇ ਹੱਕ ਵਿੱਚ ਪੋਲੀਟੀਕਲ ਪਾਰਟੀਆਂ ਇਕੱਠੀਆਂ ਨਾਨ BJP ਹੋ ਕੇ ਇੱਕ ਜਨ ਸੰਸਦ 23 ਤੇ 24 ਤਰੀਕ ਨੂੰ ਬੁਲਾਉਣਗੀਆਂ, ਤਾਂ ਉਹਦੇ 'ਚ ਇੱਕ ਪ੍ਰੈਸ਼ਰ ਹੀ ਬਿਲਡ ਹੋਵੇਗਾ ਸਰਕਾਰ ਦੇ ਉੱਤੇ। ਇਸ ਕਰਕੇ ਮੈਂ ਸਮਝਦਾ ਉਹਨਾਂ ਦੇ ਨਾਲ ਬੇਇਨਸਾਫੀ ਹੋ ਰਹੀ। ਮੇਰੀ ਬਹੁਤ ਨਿਮਰਤਾ ਨਾਲ ਬੇਨਤੀ ਹੈ ਕਿਸਾਨ ਜਥੇਬੰਦੀਆਂ ਦੇ ਸੰਚਾਲਕਾਂ ਨੂੰ ਕਿ ਇੱਦਾਂ ਜ਼ਿਆਦਤੀ ਨਾ ਕਰੋ। ਇੱਕ ਤੁਹਾਡਾ ਬਹੁਤ ਜੁਝਾਰੂ ਹੋਣਹਾਰ ਬੰਦਾ ਵਾ ਔਰ ਬੇਦਾਗ ਬੰਦਾ ਵਾ, ਉਹਨੂੰ ਨਾਲ ਰੱਖੋ। ਜੇ ਤੁਹਾਨੂੰ ਲੱਗਦਾ ਵਾ ਅਸੀਂ ਇਹ ਪ੍ਰੋਗਰਾਮ ਨੂੰ ਅਸੀਂ ਛੱਡ ਸਕਦੇ ਹਾਂ, ਪਰ ਗੁਰਨਾਮ ਸਿੰਘ ਨੂੰ ਇਹਦੀ ਸਜ਼ਾ ਨਹੀਂ ਮਿਲਣੀ ਚਾਹੀਦੀ। ਔਰ ਵੈਸੇ ਵੀ ਮੈਂ ਗੁਰਨਾਮ ਸਿੰਘ ਦੀ ਇੰਟਰਵਿਊ ਸੁਣ ਰਿਹਾ ਸੀ ਅੱਜ, ਉਹ ਕਹਿੰਦੇ ਨੇ ਕਿ ਠੀਕ ਹੈ ਅਸੀਂ ਨਾਨ ਪੋਲੀਟੀਕਲ ਲੜਾਈ ਸਾਰੀ ਰੱਖੀ, ਪਰ ਇਸ ਕਿਸਾਨ ਜਥੇਬੰਦੀਆਂ ਦੇ ਵਿੱਚ ਬਹੁਤ ਸਾਰੀਆਂ ਲੈਫਟਿਸਟ ਪਾਰਟੀਆਂ ਨੇ, ਉਹ ਤਾਂ ਆਪਣੇ ਝੰਡੇ ਲਾ ਕੇ ਤੇ ਚੋਣ ਨਿਸ਼ਾਨ ਲਾ ਕੇ, ਇੱਕ ਮੈਂਬਰ ਜਿਹੜਾ ਸਰਕਾਰ ਨਾਲ ਮੀਟਿੰਗ ਕਰਨ ਜਾਂਦਾ ਉਹ 8 ਵਾਰੀ MP ਬਣ ਚੁੱਕੇ ਨੇ, ਪਰ ਫਿਰ ਵੀ ਅਸੀਂ ਇਹਦੇ ਤੇ ਟਿੱਪਣੀ ਨਹੀਂ ਕਰਦੇ। ਅਗਰ ਉਹਨਾਂ ਦਾ ਇਹ ਹੈਗਾ ਕਿ ਪੋਲੀਟੀਕਲ ਪਾਰਟੀਆਂ ਸਟੇਜ ਤੇ ਨਹੀਂ ਬੁਲਾਉਣੀਆਂ, ਉਸ ਦਾ ਅਸੀਂ ਸਤਿਕਾਰ ਕਰਦੇ ਹਾਂ। ਜੇ ਅੰਦੋਲਨ ਵਿੱਚ ਪੋਲੀਟੀਕਲ ਪਾਰਟੀਆਂ ਦੀ ਮੁਦਾਖਲਤ ਨਹੀਂ ਚਾਹੁੰਦੇ, ਅਸੀਂ ਸਤਿਕਾਰ ਕਰਦੇ ਹਾਂ। ਉਧਰ ਭਾਜਪਾ ਦੇ ਉੱਤੇ ਟਿੱਪਣੀ ਯੂਪੀ ਦੇ ਸਾਬਕਾ ਮੁੱਖ ਮੰਤਰੀ ਅਖਿਲੇਸ਼ ਯਾਦਵ ਦੇ ਵੱਲੋਂ ਕੀਤੀ ਗਈ ਹੈ। ਅਖਿਲੇਸ਼ ਯਾਦਵ ਨੇ ਟਿੱਪਣੀ ਕਰਦਿਆਂ ਕਿਹਾ ਕਿ ਭਾਜਪਾ ਜਦੋਂ ਵੀ ਕੋਈ ਮੁਹਿੰਮ ਚਲਾਉਂਦੀ ਹੈ ਤਾਂ ਮਿਸ ਕਾਲ ਦੀ ਮੁਹਿੰਮ ਜ਼ਰੂਰ ਹੁੰਦੀ ਹੈ। ਹੁਣ ਵੀ ਭਾਜਪਾ ਕੋਈ ਨੰਬਰ ਦੇਵੇ ਜਿਸ ਦੇ ਉੱਤੇ ਕਿਸਾਨ ਮਿਸ ਕਾਲ ਕਰਕੇ ਆਪਣੀ MSP ਲੈ ਸਕਣ। ਇਸ ਦੇ ਉੱਤੇ ਖੁੱਲ੍ਹ ਕੇ ਟਿੱਪਣੀ ਅਖਿਲੇਸ਼ यादव ਦੀ ਸੁਣਦੇ हैं। एक जगह हमें बता दो, वैसे तो भारतीय जनता पार्टी मिस्ड कॉल का इंतजाम कर लेती है कि अगर आपको सदस्य बनना है मिस्ड कॉल दीजिए। हम इन्हीं भारतीय जनता पार्टी लोगों से जानना चाहते हैं, वो फ़ोन नंबर बताओ जिस पे किसान मिस्ड कॉल दे, जिसे MSP मिल जाए। वैक्सीन को लेकर के हमने साफ कहा कि हमें एक्सपर्ट डॉक्टर्स उन पर कोई शिकायत नहीं है, और जो वॉलंटियर जो अपने आप आ रहे हैं और ट्रायल्स में जो सहयोग देने में कोई शिकायत नहीं है। शिकायत केवल इस बात की है कि भारतीय जनता पार्टी की सरकार है वो बताए कि कब गरीबों को मुफ्त में फ्री वैक्सीन लग जाएगी और पूरे के पूरे प्रदेश के लोगों को किस तारीख तक वैक्सीन लग जाएगी। मान लीजिए अमेरिका है, सबसे ज़्यादा लोगों की जान गई है, वहाँ के राष्ट्रपति कह रहे हैं कि 100 दिन में हम 100 मिलियन वैक्सीन लगाएंगे।
आप सोचिए बलरामपुर, श्रावस्ती, बहराइच और गोंडा कितने लगाएंगे वैक्सीन, ये बताइए, कितने दिन में लगा देंगे 100% हमारे गरीबों को? और क्या फ्री लगाएंगे कि नहीं लगाएंगे? ਉਧਰ 26 ਜਨਵਰੀ ਨੂੰ ਲੈ ਕੇ ਪੂਰੇ ਮੁਲਕ ਦੇ ਵਿੱਚ ਪੁਲਿਸ ਅਤੇ ਪ੍ਰਸ਼ਾਸਨ ਮੁਸ਼ਤੈਦ ਆ ਤੇ ਪ੍ਰਸ਼ਾਸਨ ਦੇ ਵੱਲੋਂ ਲਗਾਤਾਰ ਸਰਚ ਅਭਿਆਨ ਚਲਾਏ ਜਾ ਰਹੇ ਨੇ ਤਾਂ ਜੋ ਕਿਸੇ ਵੀ ਤਰ੍ਹਾਂ ਦੀ ਅਣਸੁਖਾਵੀ ਘਟਨਾ ਨੂੰ ਵਾਪਰਨ ਤੋਂ ਪਹਿਲਾਂ ਹੀ ਰੋਕ ਲਿਆ ਜਾਵੇ। ਇਸ ਦੇ ਉੱਤੇ ਪੁਲਿਸ ਪ੍ਰਸ਼ਾਸਨ ਦੀ ਚੌਕਸੀ ਕਿਸ ਤਰ੍ਹਾਂ ਦੀ ਉਹ ਵਿਖਾਉਂਦੇ ਆ। ਇਹ ਸਾਨੂੰ ਸਾਡੇ ਐਸਐਸਪੀ ਸਾਹਿਬ ਵੱਲੋਂ ਆਰਡਰ ਨੇ ਤੇ ਐਸਪੀ ਹੈਡਕੁਆਟਰ ਐਸਪੀ ਸਿਟੀ ਤੇ ਡੀਐਸਪੀ ਸਬ ਡਿਵੀਜ਼ਨ ਰੂਰਲ ਵੱਲੋਂ ਕਿ ਹਾਂ ਵੀ ਅੱਡ ਅੱਡ ਜਗ੍ਹਾ ਦੀ ਚੈਕਿੰਗ ਕਰਨੀ ਹੈ। ਅਸੀਂ ਐਂਟੀ ਸਾਬੋਟੇਜ ਦੀ ਟੀਮ ਨੂੰ ਨਾਲ ਲੈ ਕੇ ਅੱਜ ਅੱਡ ਅੱਡ ਜਗ੍ਹਾ ਦੀ ਚੈਕਿੰਗ ਕੀਤੀ ਹੈ, ਜਿਵੇਂ ਰੇਲਵੇ ਸਟੇਸ਼ਨ, ਬੱਸ ਸਟੈਂਡ ਤੇ ਆ ਮੰਡੀ ਤੇ ਹੋਰ ਕਿਹੜੀ ਇੱਦਾਂ ਦੀ ਜਗ੍ਹਾ ਭੀੜ ਭੜਾਕੇ ਵਾਲੀ ਜਗ੍ਹਾ, ਬਾਜ਼ਾਰ, ਕਿ ਕੋਈ ਵੀ ਇੱਦਾਂ ਦੀ ਕੋਈ ਚੀਜ਼ ਵਸਤੂ ਨਾ ਰੱਖ ਜਾਵੇ ਕਿ ਨਾ ਕੋਈ ਵਾਰਦਾਤ ਹੋ ਜਾਵੇ। ਕਾਰਨ ਕੀ ਇਹਦਾ ਕਿਸੇ ਖਾਸ ਮਕਸਦ ਹੈ ਕੋਈ ਕਿਸ ਲਈ? ਹਾਂਜੀ 26 ਜਨਵਰੀ ਆ ਰਹੀ ਹੈ। 26 ਜਦੋਂ ਕੋਈ ਵੀ ਤਿਉਹਾਰ ਆਉਂਦਾ ਤਾਂ ਕਦੇ ਇੱਦਾਂ ਦੇ ਗੰਦੇ ਅਨਸਰ ਹੁੰਦੇ ਉਹ ਇੱਦਾਂ ਦੀ ਘਟਨਾ ਕਰਨ, ਲਾਅ ਐਂਡ ਆਰਡਰ ਨੂੰ ਵਿਅਸਤ ਕਰਨ ਲਈ ਇੱਦਾਂ ਦੀ ਕਾਰਵਾਈ ਕਰਨ ਦੇ ਵਿੱਚ ਮਜਬੂਰ ਹੁੰਦੇ ਆ। ਅਸੀਂ ਉਹਨੂੰ ਰੋਕਣ ਲਈ ਇਹ ਕੰਮ ਕੀਤਾ ਜਾ ਸਕਦਾ। ਪੰਜਾਬ ਇਸ ਵੇਲੇ ਦੇ ਵਿੱਚ ਫਿਲਹਾਲ ਤੇ ਲਈ ਇੰਨਾ ਹੀ। ਫਿਰ ਮੁੜ ਹਾਜ਼ਰ ਹੋਵਾਂਗੇ ਨਵੀਆਂ ਤੇ ਤਾਜ਼ਾ ਅਪਡੇਟਸ ਦੇ ਨਾਲ। ਤਦ ਤੱਕ ਲਈ ਮੈਨੂੰ ਦਿਓ ਇਜਾਜ਼ਤ। ਬਹੁਤ ਬਹੁਤ ਧੰਨਵਾਦ।